बड़ी सुंदर। अस्सलाम वालेकुम ख़वातीन और हज़रात, शुरू करते हैं आज का हस्बे हाल। मैं हूं जिसका मेज़बान जुनैद सलीम। नाज़रीन, शो का आगाज़ ही कर रहे हैं हस्बे हाल की इस नुमाइशी पंचायत से। जी हुज़ूर वाला, मैं सदके जावा जुनैद जी, अपना गल वे कि वो जिहड़ा की पंजाबी दा खान है, आप किसे जई ना ते गल करनो रही ना। गल वे कि ऐलान होया है गवर्नमेंट वल्लों, उन्हें आख्या जी अपने अपने इलाकों च, पिंडां च, अपने महल्लियां च कमेटियां बनाओ ते उस कमेटी दे तहत अपने महल्ले दा, अपने इलाके दा नज़मो ज़ब्त ठीक करो, उत्थे सफाई शफाई दा, सुथराई दा ख्याल करो। ते हुण देखो जरा साडे चक च जिहड़ा अपना कमेटी बनाउण लगे ने चौधरी साहब, दुआई खुदा दी किसे कोलों ना कोई सलाह ना मशवरा, आपस च मैं तुहानू हर वारी ये आना कि चौधरी साहब रले ने साडे शरीके नाल रले जे। ਉਹ ਨਹੀਂ ਨਾਮਿਆ ਯਾਰ, ਕਾਦੇ ਤੋਂ ਰਲ ਕੇ ਕੋਈ ਹੁੰਦੀ ਹੈ ਚਦਰਾ ਹਟੀਆਂ ਲੰਬੜਦਾਰੀ? ਆ ਨਿਊਟਰਲ ਬੰਦੇ ਦਾ ਕੰਮ ਹੁੰਦਾ ਹੈ। ਕਿਹੜਾ ਨਿਊਟਰਲ ਬੰਦਾ? ਜਦ ਤੁਸੀਂ ਕਮੇਟੀ ਦਾ ਸਰਬਰਾਹ ਬਣਾਉਣਾ ਹੈ, ਸਫਾਈ ਕਮੇਟੀ ਦਾ, ਤੇ ਰਾਣਾ ਸਾਹਿਬ ਦੇ ਹੁੰਦਿਆਂ ਤੁਸੀਂ ਉਹਦਾ ਦੇ ਛੱਡਿਆ ਆ ਭਤੀਜੇ ਮੇਰੇ ਨੂੰ, ਜਿਨ੍ਹਾਂ ਨੂੰ ਪਤਾ ਹੀ ਨਹੀਂ। चले क्या हो गया, वो भी आपका खून ही है। ਬਿਲਕੁਲ ਮੈਂ ਸਾਡਾ ਕੋਈ ਖੂਨ ਜੂਣ ਨਹੀਂ। ऐसे ना। ਦੇਖੋ ਅਸੀਂ ਜਦੋਂ ਇਹੋ ਜੀ ਗੱਲ ਹੁੰਦੀ ਹੈ ਨਾ ਇਲਾਕੇ ਦੀ ਸ਼ਾਨ ਦੀ, ਤੇ ਅਸੀਂ ਨਹੀਂ ਫਿਰ ਮੰਨਦੇ। यार ऐसा ना कहें, दामाद के पीछे लग के रिश्तेदारों को छोड़ रहे हैं। ਹਾਂ ਨੌਵਾਂ ਨਾ ਮਾਸ ਜਿਦਾ ਨਹੀਂ ਹੁੰਦੇ ਬਸ ਉਹ ਭਾਈਆ। ਦੇਖੋ। ਉਹ ਖਲੋ ਜਾ, ਇੱਕ ਮਿੰਟ, ਹੁਣੇ ਕੁਹਾੜਾ ਲੈ ਕੇ 12 ਤੇਰੇ ਹੱਥਾਂ ਦੇ ਵਿੱਚ ਨਾ ਜੁਦਾ ਹੁੰਦੇ ਨੇ ਕਿ ਨਹੀਂ? ਗੱਲ ਇਹ ਵੇ ਜੁਨੈਦ ਪੁੱਤਰ, ਮੈਂ ਕੋਈ ਦਿਮਾਗ ਕਰਕੇ ਨਹੀਂ, ਆਪ ਤੁਸੀਂ ਸੁਨੱਖੇ ਹੋ, ਅੱਖਾਂ ਵਾਲੇ ਹੋ, ਆ ਤੁਸੀਂ ਵੇਖੋ ਤੇ ਸਹੀ ਤਰ੍ਹਾਂ ਸਫਾਈ ਦਾ ਖਿਆਲ ਔਰ ਐਡਮਿਨਿਸਟ੍ਰੇਸ਼ਨ ਮਹੱਲੇ ਚ ਰਾਣਾ ਸਾਹਿਬ ਤੋਂ ਵੱਧ ਕਿਹਨੂੰ ਆਉਂਦੀ ਜੇ? ਕੋਈ ਨਹੀਂ, ਮੈਂ ਤੇ ਵੇਖ ਕੇ ਦੱਸ ਦੇਣਾ ਵੀ ਕਚਰਾ ਕਿੰਨੇ ਦਿਨਾਂ ਦਾ। ਆ ਦੇਖੋ ਨਾ ਜ਼ਰਾ, ਇਹੋ ਜਿਹੀਆਂ ਕੁਆਲਿਟੀਆਂ ਦਾ ਮਾਲਕ ਬੰਦਾ ਜਿਹੜਾ ਉਹਨੂੰ ਪਰਾਂ ਘਰ ਛੱਡੇ ਜਾਣੇ। ਉਹ ਭੈੜਿਓ, ਇਹਨੂੰ ਲਾਓ, ਤੁਹਾਡੇ ਕੋਲ ਜੁਰਮਾਨਾ ਜਿਹੜਾ ਉਹ ਵੀ ਇਕੱਠਾ ਬੇਭਾ ਹੋ ਜਾਣਾ। ਅਗਲਿਆਂ ਨੇ ਐਲਾਨ ਕਰਨਾ ਹੈ ਜੀ ਕਿ ਜਿਹੜਾ ਬਗੈਰ ਆਪਣਾ ਕੂੜੇਦਾਨ ਤੋਂ ਬਾਹਰ ਕੂੜਾ ਸੁੱਟੇਗਾ ਉਹ ਅਸੀਂ ਜੁਰਮਾਨਾ ਲਾਂਗੇ। ਤੇ ਜਦੋਂ ਰਾਣਾ ਸਾਹਿਬ ਨੇ ਦੱਸਣਾ ਕਿ 3 ਦਿਨਾਂ ਦਾ ਪੇ ਹੈ ਤੇ 100 ਦੀ ਬਜਾਏ 300 ਲੈਣਾ ਪੈਣਾ ਨਾ ਉਹਨਾਂ ਕੋਲੋਂ, ਤੇ ਉਹਨਾਂ ਨੂੰ ਵੀ ਦੇਣਾ ਪੈਣਾ। ਪਤਾ ਹੈ ਪੈਸੇ ਦਾ ਮਾਮਲਾ ਤੇ ਇਮਾਨਦਾਰ ਬੰਦਾ ਚਾਹੀਦਾ ਹੈ ਨਾ। ਓਏ ਆਹੋ, ਐਡਾ ਤੋਂ ਇਮਾਨਦਾਰ ਖਲੋਂਦਾ ਨਹੀਂ, ਰਹਿੰਦਾ ਨਹੀਂ ਕਿਤੇ। ਰਾਣਾ ਸਾਹਿਬ ਤੋਂ ਵੱਧ ਕਿਹੜਾ ਇਮਾਨਦਾਰ ਜੇ? ਜੁਨੈਦ ਸਾਹਿਬ 10-20 ਹਜ਼ਾਰ ਕੋ तो अल्लाह की रहमत से राणा साहब किसी खाते में ही नहीं लिखते। क्योंकि रब ने दिता ही नहीं तो लिखना किथे वे। 500 ਤੋਂ ਬਾਅਦ ਗਿਣਤੀ ਮੁੱਕ ਜਾਂਦੀ ਰਹਿਣੇ ਜੀ। नहीं तेरी क्या बात है, पंजाब बैंक तेरियां रकमां नाल ही ਚੱਲਣ ਡੇ ਆ। ਕਿਉਂ ਸਫੈਦ ਹੋ ਗਿਆ ਉਹ ਭਾਈਆ? ਟਿਕ ਜਾ ਕਿਤੇ ਜੁਨੈਦ ਯਾਰ ਦੀ ਗੱਲ ਠੀਪੇ ਸੁਣ। ਚਾਚਾ, ਠੀਪੇ ਸੰਭਾਲ ਰੱਖਦੇ ਆ, ਬੜੇ ਗੱਲਾਂ ਕਰਦੇ ਨੋਟਾਂ ਦੀਆਂ। जुनैद साहब गल पता की है, आपको चाहिए फौरी तौर पे इमरान खान साहब से राबता करें। ਤੁਹਾਡਾ ਰਹਿੰਦਾ ਹੀ ਹੈ ਯਾਰ, ਏਡੀ ਕਿਹੜੀ ਗੱਲ ਹੈ। ਹੁਣ ਜਦੋਂ ਕਿਸੇ ਲਈ ਹੋਣ ਡਈ ਹੋਵੇ ਚਿੱਟ ਚੈਟ ਤੇ ਵਿੱਚ ਇੱਕ ਮੈਸੇਜ ਸੁੱਟ ਦਿਓ ਆਰਾਮ ਨਾਲ ਹੀ। ਹੁਣੇ ਕਰ ਲਓ, ਬਾਕੀ ਗੱਲ ਬਾਅਦ ਚ ਕਰ ਲਾਂਗੇ। ਹੁਣੇ ਕਰ ਲਓ ਮੇਰੇ ਨਾਲ। ਉਹਨਾਂ ਨੂੰ ਦੱਸੋ ਕਿ ਚੱਕ 18 ਦਾ ਜਿਹੜਾ ਹੈ ਨਾ ਜੀ ਕਮੇਟੀ ਦਾ ਸਦਰ, ਉਹ ਅਸੀਂ ਰਾਣਾ ਸਾਹਿਬ ਨੂੰ ਬਣਾ ਛੱਡੇ। कैसा बना दे राणा साहब को, माशाल्लाह समझदार आदमी है, सफाई का मफहूम समझते हैं। ਸਮਝਦਾਰ ਤੇ ਇਹੋ ਜਿਹਾ ਜੇ ਕਿ ਜਦੋਂ ਦਾ ਵਿਆਹ ਹੋਇਆ ਐਨਕ ਹੀ ਨਹੀਂ ਲਾਂਦਾ। ਸਿਫਾਰਿਸ਼ ਕੀਤੀ, ਅੱਲਾ ਤੁਹਾਡੀ ਖੈਰ ਕਰੇ, ਅੱਲਾ ਤੁਹਾਨੂੰ ਹੋਰ ਤਰੱਕੀ ਦੇਵੇ ਜੀ। ਉਹ ਕਾਕਾ ਜਨੇਦ, ਕਿੱਦਾਂ ਬਣਾ ਦਿਆਂ ਮੈਂ ਕਮੇਟੀ ਦਾ ਮੈਂਬਰ? ਜਿੱਦਣ ਰੌਲਾ ਬਣਿਆ ਕਿ ਪਿੰਡ 'ਚ ਲੱਗੀ ਆ ਕਮੇਟੀ ਬਣਨ, ਤੇ ਰਾਣਾ ਆ ਕੇ ਕਹਿੰਦਾ ਚੌਧਰੀ ਸਾਹਿਬ 8ਵੀਂ ਮੈਨੂੰ ਦੇਣੀ ਹੈ। ਓਏ ਆਹੋ, ਪਹਿਲੇ ਗੱਲ ਕਮੇਟੀ ਪਾਉਣ ਦੀ ਹੋਣ ਡਈ ਸੀ। ਉਹ ਗੱਲ ਹੋਰ ਵੀ, ਕਮੇਟੀ ਕਦੀ ਸਕੂਲੇ ਗਏ ਹੁਣ ਤਾਂ ਚਾਚਾ ਜੀ ਕਿੱਥੇ ਲਿਆਂਦਾ ਚਾਚਾ ਮੇਰੇ ਓਏ ਤੋਂ? ਯਾਰ ਖਲੋ ਜਾ ਪੁੱਤਰ, ਮੈਂ ਹੁਣੇ ਗੱਲ ਕਰ ਲੈਣਾ ਰਾਣਾ ਉਹ ਸਾਹਿਬ। ਜਨੇਦ ਸਾਹਿਬ ਜੀ ਨੂੰ ਇਹ ਨਹੀਂ ਪਤਾ ਹੋਵੇ ਕਿ ਸਵੇਰੇ ਕੀ ਖਾਦਾ ਸੀ, ਦੁਪਹਿਰ ਨੂੰ ਕੀ ਖਾਦਾ ਤੇ ਸ਼ਾਮ ਨੂੰ ਕੀ ਖਾਣਾ ਹੈ। ਇਹ ਕਿਹੜਾ ਨੁਕਸ ਦੱਸਣ ਡੇ? ਰਾਣਾ ਸਾਹਿਬ ਕਾਹਦੇ ਲਈ ਯਾਦ ਰੱਖਣ ਸਵੇਰੇ ਕੀ ਖਾਦਾ, ਸ਼ਾਮੀ ਕੀ ਖਾਦਾ, ਦੁਪਹਿਰੀ ਕੀ ਖਾਦਾ? ਉਹ ਜਿਹੜੇ ਖਵਾਉਂਦੇ ਨੇ ਉਹ ਯਾਦ ਰੱਖਣ ਕੀ ਖਵਾਇਆ ਸੀ। ਜੁਨੈਦ ਸਾਹਿਬ ਇਹ ਕੋਈ ਐਸੀ ਗੱਲ ਨਹੀਂ, ਇਹ ਉਹਦਾ ਜਿਹੜਾ ਨਾ ਜੀ ਰਾਣਾ ਸਾਹਿਬ ਨੂੰ ਹੀ ਮਿਲਣਾ ਚਾਹੀਦਾ। ਬਿਲਕੁਲ ਚਾਚਾ, ਇਹ ਅਹੁਦਾ ਨਹੀਂ ਜਾਣਾ ਚਾਹੀਦਾ, ਭਾਵੇਂ ਤੇਰੀ ਦੂਸਰੀ ਲੱਤ ਵੀ ਟੁੱਟ ਜੇ, ਇਹ ਅਹੁਦਾ ਨਹੀਂ ਜਾਣਾ ਚਾਹੀਦਾ। ਪੁੱਤਰ ਅੱਲਾ ਕੋਲੋਂ ਖੈਰ ਮੰਗ। ਮੇਰਾ ਮਤਲਬ ਹੈ ਵੀ ਤੂੰ ਹਿੰਮਤ ਵਾਲਾ ਆਦਮੀ ਹੈ ਤੇ ਅਹੁਦਾ ਮਿਲਣਾ ਚਾਹੀਦਾ। ਉਹ ਤੂੰ ਫਿਕਰ ਨਾ ਕਰ ਪੁੱਤਰ, ਉਹ ਆਪ ਹੀ, ਮੈਂ ਤੈਨੂੰ ਦੱਸਿਆ ਨਾ, बड़े सुनखे आदमी ने, उन्होंने आप पता है राणा साहब। सफाई का मामला है, राणा साहब से अच्छी चॉइस तो कोई हो ही नहीं सकता। ना जनेद बचिया, पिंड दे जिन्ने भी मोहतबर बंदे आ मैं डेरे ते बुला के उन्हां कोलों कहना है फैसला लेना कि किन्नू बनाइए।
ਉਹ ਯਾਰ ਬੰਦੇ ਸਾਰੇ ਤੁਹਾਂ ਆਪਣੇ ਭਾਏ ਹੁੰਦੇ ਨੇ ਉੱਥੇ। ਜਨਾਬ ਸਾਹਿਬ ਜਾਓ ਕਦੀ ਪੰਚਾਇਤ ਭੁਗਤਣ ਵਾਸਤੇ ਕਿਸੇ ਲੈ ਜਾਂ ਡੇਰੇ ਦੇ ਕਿਸੇ ਲੈ ਜਾਓ, ਰਾਣਾ ਸਾਹਿਬ अपना चौधरी साहब को सज्जे खबे सारे अपने बंदे भाए होंगे ने। तो सब आके आप पे ये इल्जाम है कि आपने अपने दाएं बाएं आगे पीछे जितने भी ओहदे तकसीम किए हैं वो अपनी बरादरी में ही तकसीम किए हैं, ये तो गलत बात है। ਜੁਨੈਦ ਪੁੱਤ ਮੈਂ ਕਦੀ ਵੀ ਬਰਾਦਰੀ ਏਜਮ ਨੂੰ ਚੰਗਾ ਨਹੀਂ ਸਮਝਿਆ। ਮੈਂ ਹਮੇਸ਼ਾ ਪਿੰਡ ਦੇ ਬੰਦੇ ਨਾਲ ਲੈ ਕੇ ਟੁਰਦਾ ਆ। ਉਹ ਤੇ ਤਾਂ ਨਾਲ ਲੈ ਕੇ ਟੁਰਦੇ ਹੋ ਬੰਦੇ ਕਿ ਇੱਕ ਦੋ ਵਾਰੀ ਇਕੱਲੇ ਨਿਕਲੇ ਹੋ ਤੇ ਬਿੱਲੀ ਚੁੱਕ ਕੇ ਲੈ ਗਈ ਏ। देखे बिल्ली का कभी पेश नजर रखे ना, बिल्ली का ये कहना था कि आपके चौधरी साहब ने उसके 2 बलूंगड़े उठा के बेच दिए। ਉਹਨੇ ਕਿੱਥੋਂ ਤੁਹਾਨੂੰ ਦੱਸਦਾ ਜੀ, ਮੂੰਹ ਉਹਦੇ ਹੀ ਤੇ ਚੌਧਰੀ ਸਾਹਿਬ ਸਨ। यार उसने मुस्तकिल चौधरी साहब को गोद ले लिया। अब बाबू जी हर चांद रात ਨੂੰ ਚੌਧਰੀ ਸਾਹਿਬ ਚੁੱਕ ਹੀ ਜਾਂਦੇ ਨੇ, ਜਾਂ ਬਿੱਲੀ ਚੁੱਕ ਲੈਂਦੀ ਹੈ ਜਾਂ ਪੁਲਿਸ ਵਾਲੇ ਚੁੱਕ ਲੈਂਦੇ ਜਾਂ ਮੰਜੀ ਤੇ ਉਸ ਪਾਸੇ ਭਾਰਾ ਬੰਦਾ ਬਹਿ ਜਾਏ ਤੇ ਇਧਰੋਂ ਚੁੱਕੇ ਜਾਂਦੇ। ਤੇ ਚਾਂਦ ਰਾਤ ਨੂੰ ਫਿਰ ਨਸ਼ਾ ਕਰਕੇ ਰੌਲਾ ਪਾਣਗੇ ਤੇ ਪੁਲਿਸ ਨੇ ਤੇ ਚੁੱਕਣਾ ਹੀ ਹੈ ਨਾ। ਹੁਣ ਇਹਨਾਂ ਗੱਲਾਂ ਤੋਂ ਬਾਅਦ ਵੀ ਇਹਨੂੰ ਅਹੁਦੇ ਦਾ ਮੈਂਬਰ ਬਣਾਵਾਂ। ਇਹ ਰਾਣਾ ਸਾਹਿਬ अल्लाह के फजल से सारे गांव वाले इज्जत करते हैं। जिदा भी काम होवे अगलियां ने वादा मारदे हैं फिरना, राणा साहब इधर आओ, राणा साहब किधर टुर गए हो, इधर आओ, राणा साहब उरा आओ। आ गए हर एक दे मुंह ते राणा साहब चढ़े राणा साहब होण लग पैनी है। ਸਾਡੇ ਮੂੰਹ ਤੇ ਕਿਉਂ ਨਹੀਂ ਚੜਨ ਡਿਆ? ਉਹ ਖਲੋ ਜਾ ਇੱਕ ਮਿੰਟ, ਤੁਹਾਡਾ ਮੂੰਹ ਹੀ ਨਹੀਂ ਠੀਕ। ਤੁਹਾਡੇ ਮੂੰਹ ਨੂੰ ਲੱਗਾ ਰਾਮ, ਤੁਹਾਡੇ ਮੂੰਹ ਤੇ ਰਾਣਾ ਸਾਹਿਬ ਕਿੱਥੋਂ ਚੜਨੇ ਨੇ? ਰਾਣਾ ਸਾਹਿਬ ਅੱਲਾ ਦੀ ਰਹਿਮਤ ਨਾਲ ਹੱਕ ਲਾਲ ਖਾਣ ਵਾਲੇ ਬੰਦੇ ਨੇ। ਚਾਚਾ ਇਹ ਬੜੀਆਂ ਗੱਲਾਂ ਕਰਦੇ ਨੇ। ਜਿਸ ਦਿਨ ਮੈਨੂੰ ਗੁੱਸਾ ਆਇਆ ਨਾ, ਮੈਂ ਟਿੰਡ ਕਰਾ ਕੇ ਭਰਵੱਟੇ ਬਣਾ ਕੇ ਕਾਲਾ ਕਰਕੇ ਨਾ ਇਹਨਾਂ ਨੂੰ ਮੈਂ ਰਾਤ ਨੂੰ ਡਰਾਇਆ ਨਾ, ਇਹਨਾਂ ਪਿੰਡ ਕਦੀ ਬਣਨਾ ਹੀ ਨਹੀਂ। ਉਹਨੇ ਛੱਡ ਪਰਾ ਪੁੱਤਰ, ਮੇਰਾ ਡਰਾਇਆ ਬੰਦਾ ਨਹੀਂ ਬਣਦਾ। ਉਹਨੇ ਪੁੱਤਰ ਦਫਾ ਕਰ, ਅਸੀਂ ਕਾਹਦੇ ਲਈ ਇਹਨਾਂ ਨਾਲ ਮੱਥਾ ਲਾਈਏ? ਜਨੈਦ ਸਾਹਿਬ ਗੱਲ ਕਹਿਣ ਦੀ ਇਹ ਸੀ, ਮੇਰਾ ਮਤਲਬ ਇਹ ਸੀ ਗੱਲ ਦਾ ਕਿ ਜੇ ਕਿਸੇ ਲਈ ਕੋਈ ਥੋੜਾ ਬਹੁਤਾ ਕਿਧਰੇ ਕੂੜਾ ਮਿਸ ਹੋ ਵੀ ਗਿਆ ਤੇ ਜਿੰਨੀ ਉੱਥੇ ਰਾਣਾ ਸਾਹਿਬ ਹੋਣ ਡਈ ਹੋਣੀ ਏ, ਗਵਰਨਮੈਂਟ ਦਾ ਧਿਆਨ ਹੀ ਨਹੀਂ ਜਾਣਾ ਦੂਜੇ ਪਾਸੇ। ਉਹਨਾਂ ਕਹਿਣਾ ਵੀ ਜਿੱਥੇ ਐਡਾ ਰੌਲਾ ਪਿਆ ਰਾਣਾ ਸਾਹਿਬ, ਇਹ ਮੁੱਦਤ ਲੋਕ ਹੀ ਨੇ। ਇੱਥੇ ਕੁਛ ਨਾ ਕੁਛ ਹੋਣ ਡਿਆ। अगर कचरा इतनी आपके राणा साहब की स्पेशलिटी है तो इनको कराची का मेयर ना लगवा दें। ਉਹ ਨਹੀਂ ਜਨੈਦ ਸਾਹਿਬ ਕਰਾਚੀ ਜਾਂਦੇ ਨਹੀਂ ਹੁਣ ਡਰਦੇ। ਇੱਕ ਵਾਰੀ ਗਏ ਨੇ ਤੇ ਉੱਥੇ ਪਾਨ ਖਾ ਬੈਠੇ ਸਨ। ਉਹ ਬਸ ਪਾਨ ਦਾ ਰੰਗ ਮੂੰਹ ਨੂੰ ਚੜ ਗਿਆ ਸਾਰਾ। ਉਹ ਬੱਚੇ ਰੌਲਾ ਪਾਣ ਲੱਗ ਪਏ, ਉਹ ਗਾਰ ਚੋਂ ਲਾਵਾ ਨਿਕਲਣ ਡੇ ਆ। ਉਹ ਇਸ਼ਾਰੇ ਬੱਚੇ ਕਰਨ ਰਾਣਾ ਸਾਹਿਬ ਦੇ ਮੂੰਹ ਵੱਲ, ਰਾਣਾ ਸਾਹਿਬ ਡਰ ਗਏ। ਨਸੇ ਫਿਰ ਉਸ ਦੁਕਾਨ ਤੇ, ਆਪਣੇ ਯਾਰ ਦੀ ਦੁਕਾਨ ਜਿੱਥੇ ਆਪਣਾ ਕੱਪੜਿਆਂ ਵਾਲਾ ਥੈਲਾ ਰੱਖਿਆ ਆਣੇ, ਉੱਥੇ ਜਾ ਕੇ ਤੋਂ ਗਲਾਸ ਪਾਣੀ ਦਾ ਲੈ ਕੇ ਕਰੂੜੀਆਂ ਕਰਦੇ ਰਹੇ। बात ये है जुनैद साहब कि सबसे पहले अपनी मंजी के नीचे डांग फेरनी चाहिए। जुनैद साहब कचरे का रौला नहीं, रौले हुण होर भी बड़े जे, वो सारे नबेड़ने ने रब दी रहमत नाल राणा साहब ने। तुसीं एक बार लियाओ सही, मैनूं ते दस्सिआ राणा साहब ने कि मैं पूरा प्लान कीता है। बच्चा एक नहीं मैं घर बहन देना, सारिਆਂ ਨੂੰ आप स्कूले छड्ड के आना। ਉਹ मैं हा पुत्र बच्चियां तेरे नाल कित्थे जाना? कहंदे लो दसो। ਉਹ ਪਹਿਲੇ ਸਾਰੇ ਪਿੰਡ ਦੇ ਬੱਚੇ ਮੈਂ ਜਦੋਂ ਖੋਤੀ ਰੇੜੀ ਲੈ ਕੇ ਨਿਕਲਣਾ, ਸਾਰੇ ਮੇਰੀ ਰੇੜੀ ਤੇ ਚੜ ਜਾਂਦੇ ਤੇ ਰਹਿ ਗਏ ਨੇਰੇ ਬਸਤੇ ਤੇ ਉਹ ਮੈਂ ਗਲਾਂ 'ਚ ਪਵਾ ਲੈਣੇ ਨੇ ਆਪ ਇਹਨਾਂ ਦੇ। ਤੇ ਖੋਤੀ ਰੇੜੀ ਮੈਂ ਸਿੱਧਾ ਸਕੂਲ ਵਾਲ ਨਸਾ ਦੇਣੀ ਹੈ। ਤਲੀਮ ਵੇਖੋ ਤੁਸੀਂ ਫੈਲਦੀ ਹੈ ਕਿ ਨਹੀਂ। ਨਹਿਮਤੁੱਲਾ ਜਿੱਦਣ ਇਹਦੀ ਸਕੂਲ ਬੱਸ ਅੜੀ ਕਰ ਗਈ ਜਾਂ ਉਹਦੇ ਇੰਜਨ ਨੂੰ ਫੱਕ ਨਾ ਲੱਭੀ, ਪੌਣਾ ਸਕੂਲ ਹਾਜ਼ਰੀ ਲਵਾਉਣ ਤੋਂ ਬੈਠਾ ਰਹੇਗਾ। ਏਡੀਆਂ ਜਿਹੜੀਆਂ ਤੂੰ ਟਿਚਕਰਾਂ ਕਰਨ ਦੇ ਆ ਨਾ ਚੌਰੀ, ਮੈਂ ਸਾਰੀਆਂ ਤੇਰੀਆਂ ਗੱਲਾਂ ਸਮਝਣਾ। अच्छा बुलाओ फोन जुनैद साहब, इमरान खान साहब ਨੂੰ ਕਹੋ। जैसे मेरी बात सुने, एक आसान तरीका ये है कि इनको राणा साहब कहना छोड़ दें और चौधरी साहब की बरादरी में शामिल हो जाए। ਉਹ ਨਹੀਂ जुनैद साहब ਇਹ ਰਿਸਕ ਹੋਣਾ ਇਸ ਵੇਲੇ ਨਹੀਂ ਲੈ ਸਕਦੇ। ਪਿਛਲੇ 7-8 ਸਾਲ ਤੋਂ ਮਿਹਨਤ ਕਰਨ ਡਏ ਆ, ਹੁਣ ਤੇ ਬਾਅਦ ਲੋਕਾਂ ਦੇ ਮੂੰਹ 'ਚ ਨਿਕਲਣ ਵਾਲਾ ਹੀ ਹੈ ਰਾਣਾ ਸਾਹਿਬ। मैं तो आपके गांव गया था, मैंने किसी एक बंदे से इनके बारे में राणा साहब का लफ्ज नहीं सुना। जुनैद साहब ਹੁਣ ਬੱਚੇ ਕਹਿਣ ਲੱਗ ਪਏ ਨੇ ਕਿ ਇਹ ਰਾਣਾ ਇੱਥੋਂ ਤੱਕ ਪਹੁੰਚ ਗਏ, ਹੁਣ ਕਿਸੇ ਦਿਨ ਇੱਕਦਮ ਰਾਣਾ ਸਾਹਿਬ ਹੀ ਨਿਕਲ ਆਉਣਾ ਮੂੰਹ। मेरा मतलब है पीछे 5-6 सालों की जो स्ट्रगल है वो जाया हो जाए। ਹੁਣ ਮਸ਼ਹੂਰੀ ਹੋ ਗਈ, ਹੁਣ 5-6 ਮੁੰਡੇ ਰੋੜੇ ਫੜੇ, ਓਏ ਆ ਜੇ ਰਾਣਾ ਆਹ ਹੁਣ ਦੇਖੋ ਨਾ ਤੇਰਾ ਇਹ ਰਾਣਾ ਸਾਹਿਬ ਨੇ ਆ ਕੇ ਦੱਸਿਆ ਤੇ ਉਹ ਹੁਣ ਹੌਲੀ ਹੌਲੀ ਅੱਲਾ ਦੀ ਰਹਿਮਤ ਨਾਲ ਉਹ ਵੀ ਬਣ ਜਾਣਾ ਕੰਮ ਸਾਡਾ। ਤੁਸੀਂ ਆ ਕਮੇਟੀ ਦੀ ਸਰਬਰਾਹੀ ਵਾਲਾ ਜ਼ਰਾ ਕਰਾਓ, ਤੁਹਾਡੀ ਮਿਹਰਬਾਨੀ। कब गांव के बच्चे को पता है? मैं गया था आपके गांव, मैंने कहा जी मुझे राणा साहब के घर ले जाए, मुझे राणा सनाउल्लाह के घर ले गया।
ਯਾਰ ਤੇ ਫਿਰ ਉੱਥੋਂ ਭੁੱਖੇ ਹੀ ਆਏ ਹੋਵੋਗੇ ਉਹਨਾਂ ਵਿਚਾਰਿਆਂ ਨੂੰ ਤੇ ਅੱਜ ਕੱਲ ਆਪਣੀ ਪਈ ਹਾਂ ਤੁਸੀਂ ਇੱਧਰ ਆਉਂਦੇ ਰਾਣਾ ਸਾਹਿਬ ਵੱਲ ਤੁਹਾਡੀ ਖਿਦਮਤ ਖਾਤਰ ਕਰਦੇ ਰਾਣਾ ਸਾਹਿਬ ਤੇ ਰੱਬ ਦੀ ਰਹਿਮਤ ਨਾਲ 10 ਪ੍ਰਾਹੁਣੇ ਵੀ ਆਏ ਹੋਣ ਨਾ ਤੇ ਇੱਕ ਕੰਡਾ ਉਬਾਲ ਕੇ ਉਹਦੇ 5 ਰੁਪਏ ਦੇ ਸਿੱਕੇ ਜਿਹੜੇ ਪੀਸ ਕਰਦੇ ਨੇ 15-20 ਐਂ ਕਰਕੇ ਜਦੋਂ ਪਲੇਟ 'ਚ ਖਿਲਾਰਦੇ ਨੇ ਤੇ ਰੱਬ ਜਾਣਦੇ ਲੱਗਦਾ ਦਰਜਨ ਅੰਡੇ ਉਬਾਲੇ ਨੇ वाह वाह और कमाल ये करते हैं कि किसी एक पीस में से भी जर्दी नहीं टूटने ਉਹ देते। ਨਹੀਂ ਜਿਹਨੇ ਸਰਦੀ ਟੁੱਟ ਗਈ ਤੇ ਫਿਰ ਰਾਣਾ ਕਾਹਦਾ ਉਹ चले चाहे साहब बड़े दिल का मुजाहरा करें, राणा साहब को बना दें यार। ਚਲੋ ਜੀ ਚੌਰੀ ਸਾਹਿਬ ਕਰੋ ਐਲਾਨ ਰਾਣਾ ਸਾਹਿਬ ਦਾ काला ऐलान करना भाईया, भतीजा तेरा लग गया चेयरमैन। ਇਹ ਚੇਅਰਮੈਨ ਨਹੀਂ ਲੱਗਾ ਇਹ ਫਾਇ ਲੱਗਣਾ ਹੈ ओ मैं कद नहीं ताया फाय लगा, मेरे दुश्मन फाय लगन। ओए शहजादिया बदतमीजी करन दिया। ओए मेरी जरूरत नहीं कि मैं भाईये दे अगे बोला हैं, पैर फड़ के माफी मांग। ਫੜ ਤਾਏ ਦੇ ਪੈਰ। माफ कर दो ताया जी। ये पाऊँ है? ਆ ਵੇਂਦੇ ਹੋ ਬਈ ਕਿੱਡਾ ਸ਼ੋਹਾ ਹੈ ये पाऊँ है? ਉਹ ਪਰਮ ਮਾਰ ਉਹ ਪੈਰ ਫੜ ਉਹ ਪੈਰ ਫੜ। ਚਮੜੇ ਰਹੀਏ ਇਸ ਪੈਰ ਦਾ ਤੂੰ ਪਿਛਲੀ ਵਾਰ ਵੀ ਪੇਚ ਕੱਢ ਲਿਆ ਸੀ माफ कर दो ताया। ਚਲ ਉਧਰ ਬਹੁਤ ਜਾ ਇਹ ਕੇ ਹੁੰਦਾ ਆ ਖੂਨ, ਤੂੰ ਪੈਰਾਂ ਨੂੰ ਹੱਥ ਲਾਇਆ ਤੇ ਤਾਏ ਤੇਰੇ ਨੇ ਤੈਨੂੰ ਮਾਫ ਕਰ ਦਿੱਤਾ ਆ। ਉਹਨੇ ਜੀ ਦਫਾ ਕਰੋ ਅਸੀਂ ਕਦ ਲਈ ਇਹਨਾਂ ਨਿੱਕੇ ਨਿੱਕੇ ਰੌਲਿਆਂ 'ਚ ਪਈਏ ਆ ਵੱਡੇ ਕੰਮ ਵੱਲ ਧਿਆਨ ਦਿੰਦੇ ਆ ਕਰੋ ਜੀ ਅਨਾਉਂਸਮੈਂਟ ਚੇਅਰਮੈਨ ਕਮੇਟੀ ਚੱਕ 18 ਹਾਂ ਮੈਂ ਪੁੱਛਣਾ ਬਾਊ ਜੀ ਕੋ ਪੁੱਛਣਾ ਮੈਂ ਭਲਾ ਬਾਊ ਜੀ ਇਹ ਅਹੁਦੇ ਦੀ ਤਨਖਾਹ ਕਿੰਨੀ ਕੁ ਆ? बकायदा तनख्वाह तो कोई नहीं, जिस घर की सफाई करेंगे घर वाले जो खुशी से दे दे। ਆ ਤਨਖਾਹ ਤੇ ਇਹਦੀ ਕੋਈ 8000 ਹੀ ਹੈ। ਹਾਂ ਕਚਰੇ 'ਚੋਂ ਅਗਰ ਕੋਈ ਕੀਮਤੀ ਚੀਜ਼ ਨਿਕਲੀ ਤੇ ਉਹ ਵੀ ਚੇਅਰਮੈਨ ਦੀ ਹੈ। ਕਚਰੇ 'ਚ ਭਾਵੇਂ ਸੱਪ ਨਿਕਲ ਆਵੇ नाज़रीन यहाँ मुझे लेना एक छोटा सा वक्फा, हमारे साथ रहिएगा। ये मामला जो है ना कि हम साइकिल को इग्नोर कर रहे हैं दूसरे मुल्कों की निस्बत, दूसरे मुल्क साइकिलों को किसी न किसी अंदाज से प्रमोट कर रहे हैं, खास तौर पे यूरोपियन कंट्रीज जो हैं, लेकिन हम इसको इग्नोर करते चले जा रहे हैं। उसका नतीजा ये है कि पिछले 10 वर्षों के दौरान वतन अजीज में 1.5 करोड़ मोटरसाइकिल फरोख्त हुए हैं। 1.5 करोड़, यानी फिर सड़कों पे मोटरसाइकिलों का समंदर क्यों ना बने, ठीक है। और उसकी निस्बत आप ये साइकिलों से इसका मुवाजना करें तो पिछले 10 वर्षों के दौरान वतन अजीज में सिर्फ 6 लाख साइकिल फरोख्त हुए हैं। हमारी कौम जो है वो मोहताज होती जा रही है और एक तरह से दलदल में धंसती जा रही है मोटरसाइकिलों के। कितनी बार हमने जिक्र किया है कि आप सड़कों पे जाके देख लें कि ये मोटरसाइकिल कितनी गैर महफूज सवारी है और ये किस तरह से माहौल के लिए भी, इंसानी सेहत के लिए भी, इंसान की जान के लिए भी और एक हद तक इंसानी माल के लिए भी साइकिल के मुकाबले पे किस कदर खतरनाक है। लेकिन हमारे कान पे जूं ही नहीं रेंग रही। असल में हमारे यहाँ ज्यादती ये होती रही है कि हुक्मरानों ने, सियासतदानों ने साइकिल को अपनी जाती नुमाइश के लिए इस्तेमाल किया, सादगी का दर्स देने के लिए। ज़ियाउल हक साहब ने भी साइकिल चलाया, फिर उसके बाद भी 2-3 हुक्मरानों ने कहा भी, ऐलान भी किया, लेकिन वो सिर्फ फोटो सेशन तक महदूद रहा। हालांकि आप देखते हैं अक्सर यूरोपीय मुल्कों में वजीर आज़म जो है वो बाकायदगी के साथ साइकिल पे दफ्तर जाते हैं। वैसे मुझे माफी दे दीजिएगा, मैं थोड़ा सा इख्तलाफ कर सकता हूँ। सर हमारे शहरों के अंदर जो ट्रैफिक की हालत है ना, यहाँ पे साइकिल सबसे खतरनाक है। मैं ये कतई तौर पे नहीं कह रहा कि आप साइकिल लेके उन मसरूफ शाहराहों पे आ जाएं, लेकिन आप ये देखें कि अक्सर हमने मोटरसाइकिल रखे होते हैं घरों में एज ए सेकंड व्हीकल, कार रखी होती है आपने, और कॉलोनी के अंदर आने जाने के लिए आपने मोटरसाइकिल रखी होती है। उन फासलों को तय करने के लिए भी आपने घर में मोटरसाइकिल रखी होती है जहां पे आसानी के साथ वो जो सफर है वो साइकिल पे तय किया जा सके। मैं हरगिज इख्तलाफ नहीं कर रहा साइकिलिंग से, साइकिल जरूर चलानी चाहिए। कहने का मतलब ये है कि शहरों के अंदर भी अगर या दूसरी छोटे कस्बों में भी साइकिल ट्रैक बनाया जाता है। अच्छा, 2-3 साल पहले CTO साहब थे लाहौर में, उन्होंने हमें ये नवीद सुनाई थी कि जनाब हम 2-3 शाहराहों पर तजर्बाती तौर पे साइकिल ट्रैक बना रहे हैं। लेकिन अब उन साइकिल ट्रैक्स पे उस वक्त भी जब उन्होंने ऐलान भी किया था तो हमने देखा था कि वहां पे मोटरसाइकिलों का राज था। और फिर मोटरसाइकिल ट्रैक्स बने और फिर वो मोटरसाइकिल ट्रैक जो है वो कार ट्रैक भी बन गए, वहां पे आम गाड़ियां भी दौड़ने लगी। तो मेरा ख्याल है कि बात यही है, मैं करना चाह रहा हूं कि हुकूमत की संजीदगी दरकार है और सबसे बड़ी और मोटी बात यह है कि यार जब तक साइकिल की कीमत कम नहीं करेंगे
اب دیکھیں سائیکل اور موٹر سائیکل کم و بیش ایک ہی قیمت میں آ رہے ہیں. ہاں جی سائیکل 18 سے 20 ہزار روپے کا سائیکل آتا ہے. بالکل صحیح. میں نے نا ایک بڑی پیاری امپورٹڈ سائیکل دیکھی ایک دکان پہ, تو میں نے اس سے پوچھا, میں نے کہا یار کتنے کی ہے؟ کہتا جی 1,05,000 کی. ہاں میں نے کہا چلو پھر میں اپنے اینکر کو بتاتا ہوں. سر مجھے وہ سائیکل لے دیں, میں بیچ کے موٹر سائیکل لے لوں گا. نہیں, ہمارے یہاں یہ بھی ایک پرابلم ہے کہ ہمارے یہاں جتنی شہروں میں سائیکل فروخت ہوتی ہے اس کا کم و بیش جو 60% حصہ ہے نا وہ سپورٹس یا بچوں کی سائیکلیں ہیں. حالانکہ وہ تو سائیکل میں ان کا شمار ہی نہیں کیا جانا چاہیے. دیکھو بات یہ ہے کہ یہ معاملہ جو ہے نا کہ ہم سائیکل کو اگنور کر رہے ہیں دوسرے ملکوں کی نسبت. دوسرے ملک سائیکلوں کو کسی نہ کسی انداز سے پروموٹ کر رہے ہیں, خاص طور پہ یورپین کنٹریز جو ہیں, لیکن ہم اس کو اگنور کرتے چلے جا رہے ہیں. اس کا نتیجہ یہ ہے کہ پچھلے 10 برسوں کے دوران وطن عزیز میں 1.5 کروڑ موٹر سائیکل فروخت ہوئے ہیں. 1.5 کروڑ. یعنی پھر سڑکوں پہ موٹر سائیکلوں کا سمندر کیوں نہ بنے. ٹھیک ہے, اور اس کی نسبت آپ یہ سائیکلوں سے اس کا موازنہ کریں تو پچھلے 10 برسوں کے دوران وطن عزیز میں صرف 6 لاکھ سائیکل فروخت ہوئے ہیں. 1.5 کروڑ موٹر سائیکل اور 6 لاکھ سائیکل صرف 10 برسوں کے دوران. جی سر, اب تو بالکل کوئی سائیکل چلانی چاہتا ہی نہیں ہے, بلکہ جو موٹر سائیکلوں والے تھے وہ گاڑیوں کی طرف آ گئے ہیں یہ قسطوں پہ ملنے کی وجہ سے. میرے جیسے کئی بندے جو ہیں ان کو شوق چڑھ گیا. مگر سائیکل جو ہے وہ صرف یہ نہیں ہے کہ آپ کے پاس پیسے نہیں ہیں تو سائیکل پہ آ جائیں. سائیکل سب سے پہلی بات تو آپ کی صحت کو بڑا فائدہ ہے, اور میں وٹنس معاشرے کی صحت بھی. ہمارے گجرانوالہ میں ہمارے انکل ہیں, چچا ہیں ہمارے, سعید پہلوان, وہ سعید لون صاحب, وہ یہ ریلوے سے ریٹائر پہلوان ہیں, ایتھلیٹ ہیں. تو وہ ماشاءاللہ آج تک سائیکلنگ کرتے ہیں اور وہ بڑے صحت مند ہیں, اور ماشاءاللہ اللہ تعالیٰ ان کو ہمارے سروں پہ سلامت رکھے. کو 90 سال عمر ہے ان کی, اور بہترین ہے, فریش ہیں وہ, کیونکہ وہ بالکل نہیں یہ وسا کھاتے کہ میں لیٹا رہوں اور بیٹھا رہوں اور اٹھا نہیں جا رہا. نہ, سائیکلنگ کرتے ہیں, پیدل چلتے ہیں. یہ صحت کے لیے اچھا ہے. پھر دوسرا ہماری ٹریفک کی صحت کے لیے بہت اچھی ہے. جتنی گاڑیاں اور جتنی موٹر سائیکلیں آ چکی ہیں, ہماری ٹریفک جو ہے وہ بڑی سخت بیمار ہے, ایمان سے انتہائی خطرناک ہو چکی ہے. صرف پنجاب میں 14 لاکھ موٹر سائیکلوں کے حادثات ہر سال ہوتے ہیں. 14 لاکھ. جی صرف پنجاب میں. یہ اگر ٹریکس بن جائے نا تو یہ ایک اتنی بڑی بلیسنگ ہوگی پوری سوسائٹی کے لیے. ایک ٹریکس بن جائے مصروف شاہراہوں کے کنارے پہ ایک سائیڈ پہ, اور میرا خیال ہے کہ اس کا تجربہ مال روڈ جیسی شاہراہوں پہ نہیں کیا جانا چاہیے. وہاں پہ کرنا چاہیے جہاں پہ لوگ جو ہے وہ ایکسرسائز کے لیے بھی سائیکل چلا سکیں. مثلاً میں یہ سمجھتا ہوں کہ جیسے یہ جو کیمپس کی نہر ہے اس کے کنارے پہ اگر آپ کسی فٹ پاتھ کو بھی مطلب 4 یا 5 فٹ موجود ہے وہ جگہ, اس کو تھوڑی سی 1-2 فٹ اور بڑھا کے وہیں پہ سائیکل چلانے کی فیسلٹی پیدا کر دی جائے تو یہ بھی بہت بڑی نعمت ہوگی. سر ایمان سے آپ نے یہ جو بات کی ہے نا, اس پہ آپ کی ایک پپی بنتی ہے. یہ میں نے کئی دفعہ سوچا کہ یار اس کو اتنا لمبا یہ ٹریک ہے, اب وہاں پہ پیدل چلنے والے تو چلتے نہیں ہیں. اگر وہاں پہ سائیکلوں کے لیے کر دیا جائے تو بہت سارے لوگ جو مناسب فاصلہ طے کرتے ہیں روزانہ, مطلب اتنی لمبی مسافت نہیں ہوتی, وہ سائیکل پہ کہیں نہ کہیں آ جا سکتے ہیں روزانہ. اور سر ایک اور اگر حکم ہو جائے گورنمنٹ کی طرف سے کہ جو ہو چکا وہ ہو چکا, آگے تو بہتر کریں نا. سوسائٹی کو پاس ہی نہ کریں, ہر سوسائٹی کو کہیں کہ اپنے سوسائٹی کے اندر سائیکل ٹریک بناؤ. نئی جو سوسائٹیاں بن رہی ہیں وہاں پہ اگر لازم قرار دے دیا جائے سائیکل ٹریک تو آپ چند سالوں میں دیکھیں گے کہ جو پرانی سوسائٹی ہیں وہ بھی بنا لیں گے. دیکھیں جو زندہ قوم ہے ان کو آپ دیکھیں کہ ہم سر فوت شدہ قوم, آلموسٹ فوت شدہ ہے. جو لوگ جو ہیں وہ ایسے مسائل پہ کان نہیں دھرتے اور ان کو اڈاپٹ کرنے کی یعنی وقت کی جو آواز ہے اس پہ کان نہیں دھرتے, تو پھر وہ آلموسٹ فوت شدہ یا بے ہوش معاشرے کہلاتے ہیں. میں یہ زندہ معاشرے کیوں کہہ رہا ہوں, دیکھو آپ ڈینمارک سے اپنا مقابلہ کر کے دیکھو. ہم کہتے ہیں پیسے کی وجہ سے میں نے موٹر سائیکل چھوڑ کے گاڑی لے لی ہے یا سائیکل چھوڑ کے موٹر سائیکل لے لی ہے. ٹھیک ہے, ڈینمارک سے ہم زیادہ پیسے والے ہو گئے. ڈینمارک میں اس وقت جو ہے انہوں نے لازم کئی علاقوں میں لازم قرار دے دیا ہے, اور وہاں پہ ایک عام شہری یومیہ اوسطاً 3 کلومیٹر کا فاصلہ جو ہے وہ سائیکل سے طے کرتا ہے. ہالینڈ میں ہر 10 میں سے 9 لوگوں کے پاس ذاتی سائیکل موجود ہے. بیلجیم جی سائیکلنگ پہ دوسرے نمبر پہ ہے, یہ پہلے نمبر پہ چونکہ پاپولیشن بہت ہے چائنا کی, تو وہاں بیلجیم میں بے تحاشا سائیکلنگ ہوتی ہے. مسئلہ تو اصل میں یہی ہے نا کہ
اس کو اٹریکشن پیدا کرنے کے لیے کیا کیا جائے, وہ ٹریک اس کا بنایا جائے, جی ہاں, اس کو اچھی سائیکلوں کو سستا کیا جائے, شروع میں سستا کریں. نو ڈاؤٹ باہر کے ملکوں میں بھی سائیکل بہت بہت مہنگی ہے. عزیزی تو تمہارا سرکاری بھی ہیں, وہ ٹوکن ڈالتے ہیں تو وہ تالا کھل جاتا ہے, پھر لے کے. ہاں بیلجیم میں بے تحاشا سائیکل اس طرح پڑی, سرکاری سائیکل ہیں, اور ادھر انہوں نے سائیکل سٹینڈ بنائے ہوئے ہیں, وہ ادھر جا کے آپ وہ وہاں سے سائیکل لیں اور سارا پھر پھرا کے جہاں پہ بھی آپ چاہیں وہاں پہ جو آپ کو نظر آئے سٹینڈ وہاں لگا دیں. اصل میں ہم نے سائیکل اور موٹر سائیکل کو بھی سٹیٹس سمبل بنا دیا, یہ بہت بڑا مسئلہ ہے. جبکہ یورپ میں مطلب امیر ترین آدمی جو ہے وہ سائیکل چلا رہا ہے تو کوئی اس کو دیکھ کے یہ نہیں سمجھے گا کہ یار یہ غربت پیسے نہ ہونے کی وجہ سے سائیکل چلا رہا ہے. ہم بھی اگر بنیادی طور پہ یہ تصور ختم کر دیں نا تو ہمارے ہاں سائیکل کی سواری فروغ پا سکتی ہے. سر میں کہتا ہوں کہ اس کے پاس پیسے نہیں ہیں, لاکھوں میں ہے سائیکل, کئی لاکھ کی ایک سائیکل آتی ہے وہاں پہ, کوئی 7-8 لاکھ کی, مجھے یاد نہیں پکا, میں جھوٹ نہ بول رہا ہوں کہیں. وہ اس سائیکل میں خوبی یہ ہے کہ وہ چند گرام کی ہے, بہت ہی ہلکی ہے, اس کو آپ ایک انگلی سے ایسے پوری سائیکل کو اٹھا سکتے ہیں. وہ میں نے دیکھی, میں حیران ہو گیا, میں نے اٹھائی تو اٹھ گئی ایک انگلی سے ہی. تم نے اٹھائی تھی, وہاں پولیس ڈھونڈ رہی ہے میری سائیکل کس نے اٹھائی ہے. نہیں سر, وہ تو چڑھنے نہیں دی جائے والے نے, پھر میں واپس کر رہا تھا. مجھے مل جائے نا کہیں سائیکل عزیزی تو میں جرابوں میں پینٹ دے کے نا تو کم سے کم 9 دن چلاؤں سائیکل. وہ جیسے پنڈ میں چلاتے ہیں 72 گھنٹے. ٹھیک ہے تم چلا سکتے ہو, تمہارا منہ ہے اس طرح کا. پھر سائیکل بچا کے آنکھ کی پلکوں سے یہ نوٹ بھی پکڑنا اور ڈانس بھی کرنا. دیکھیں عزیزی, کام پڑھائے جا رہے ہیں, دیکھیں. اور نوٹ جب سائیکلنگ شروع جو ہونے والی ہے تو ان لوگوں نے اسی طرح کوتخانہ کھلار دیا. ناظرین یہاں مجھے لینی ہے ایک چھوٹی سی کمرشل بریک, ہمارے ساتھ رہیے. رونا تو ہوتا ہی اسلم صاحب, ٹیشو اپنے لے آیا کرو ایڈے چی 2 ٹن لے لینا وا, تسی ڈبا واپس کرنا ہے. نہیں وہ تو کوئی گل نہیں, ٹھیک ہے. تولیے رومال لے لو اسلم صاحب. میں کی دانے پنان نکلے آیا ہوں, رومال لے لو. نہیں آپ ٹیشو لیں, آنسو صاف کریں اور صاحب کو اپنا مدعا بیان کریں. جب اپنے بہن بھائیوں کا چلان کرتے ہیں روک کے, ان کی جیب سے پیسے جاتے ہیں, ہمیں دکھ ہوتا ہے. ناظرین اپنی نئی شکایات کے ساتھ آج ایک مرتبہ پھر ہماری محفل میں موجود ہے ہمارا لاڈلا ٹریفک وارڈن اسلم جی. السلام علیکم بھائی جان. بارش کے بعد رات سڑک آئینہ سی تھی, اللہ خیر کرے. ایک پاؤں پانیوں میں پڑا, چاند ہل گیا. اسلم جب آپ بولتے ہیں نا تو پھول گرتے ہیں, یقین کرنا. جنید صاحب آپ یقین مانے, ہمیں تو لگتا ہے ہمارا گھر بار دفتر بازار مارکیٹ ہمارا اوڑھنا بچھونا سڑک ہی ہے. ہماری تو ساری زندگی سڑک پہ گزر چلی ہے. مگر جنید صاحب دکھ یہ ہوتا ہے کہ جس سڑک کی حفاظت کے لیے یا جس کو لائن لینتھ میں کرنے کے لیے ہم ڈیوٹی دے رہے ہوتے ہیں, وہاں پر گزرتے ہوئے لوگ ہمیں انسان نہیں سمجھتے. پہلے قانون کی خلاف ورزی کرتے. جنید صاحب ٹیشو ہیں, ایک اور لے لو, اتھرو زیادہ بہتے نے. جنید صاحب پہلے قانون کی خلاف ورزی کرتے, اور جب ہم دل پہ جبڑ کر کے, ہمارے بہن بھائی ہیں نا یہ لوگ, جب ہم دل پہ پتھر رکھ کے تو ان کو روک لیتے ہیں اور چلان کرنے کی کوشش کرتے ہیں, تو اس وقت ایمان سے ایسے منہ بنا لیتے ہیں جیسے بچھڑا ہوا بھائی ہوتا ہے ہمارا. پھر بڑا دکھ ہوتا ہے کہ کیا کرے, قانون کی پاسداری کروائیں ان سے یا ان کے جذبات کو دیکھ کے ان کو گلے سے لگائیں, کیا کرے ہم. مگر جنید صاحب میں ہر دفعہ یہ گزارش کرتا ہوں, آج بھی میں یہ گزارش کروں گا. رونا تو ہوتا ہی اسلم صاحب, ٹیشو اپنے لے آیا کرو. ایڈے چی 2 ٹن لے لینا وا, تسی ڈبا واپس کرنا ہے. نہیں وہ تو کوئی گل نہیں, ٹھیک ہے. تولیے رومال لے لو اسلم صاحب. میں کی دانے پنان نکلے آیا ہوں, رومال لے لو. نہیں آپ ٹیشو لیں, آنسو صاف کریں اور صاحب کو اپنا مدعا بیان کریں. جب اپنے بہن بھائیوں کا چلان کرتے ہیں روک کے, ان کی جیب سے پیسے جاتے ہیں, ہمیں دکھ ہوتا ہے. میں تو صرف گزارش یہ کرنی چاہ رہا ہوں کہ ہم لوگوں کو دکھ ہوتا نا تو تم یہ اناؤنس نہ کرتے کہ اگلے 2 مہینے میں ان لوگوں نے 1 ارب 30 کروڑ روپے کا چالان
टारगेट लिया हुआ है जी 2 महीने में 1 अरब 30 करोड़ रुपए इन लोगों ने आपकी जेब से निकलवाने हैं। सब पूरे पंजाब की बात हो रही है, कोई सिर्फ लोड से ही नहीं है, सिर्फ माल रोड से ही नहीं इकट्ठे हो जाने। 1 अरब 30 करोड़ रुपया असी कितों इकट्ठा कर लेना, असी इमरान खान अरबों रुपया तो उनको ही फंड मिल सकता है, हमें तो नहीं मिल सकता। देखे हम अगर हमें टारगेट अगर मिला है 1 अरब 30 करोड़ का, तो मेरा ख्याल है कि आवाम को चाहिए कि हमारे साथ मुकाबला शुरू कर दे कि हमने नहीं इकट्ठे करने देना। वो किस तरह हो सकता है? आप लोग कानून की पासदारी करें, जो ट्रैफिक कवानीन है उनकी पासदारी करें, उनको ओबे करें, तो हम इकट्ठा करके फिर दिखाएं वाला। मसला तो ये है कि अगर हमें टारगेट मिलता है कि 1 अरब 30 करोड़ रुपया इकट्ठा करें, तो आप लोगों ने करवा देना है इकट्ठा। आप लोग इतनी ज्यादा कानून की ब्रेकिंग करते हो, जिसको लॉ ब्रेकिंग कहते हैं। आप लोग इशारे भी टोटे, आपको जरा सा पता चल जाए वार्डन जुनैद साहब, आप हैरान होंगे सुन के जी, जब ट्रैफिक इशारा बंद होता है ना, तो जौन से मोटरसाइकिल वाले ने हेलमेट नहीं ना पहना होता, वो गाड़ियों की ओट में खड़ा हो रहा होता है और उधर से हमें झांकड़ा होता है वार्डन की डर है। जैसे वो हीरो नहीं कहता था, खिड़की से चौबाड़ों से, चिलमन से चौबाड़ों से झांका ना करो, हमको झांका ना करो, ये वाला ही। तो मसला ये है कि आप घर से हेलमेट पहन के निकलें, कानून की पासदारी करें, उस पे अमल करें, तो आपको हमसे घबराने की जरूरत ही नहीं है। हम कोई फ्लाइंग किक तो नहीं ना मार रहे। असलम साहब, आप लोगों का रोकना ही फ्लाइंग किक से कम नहीं होता। वो इसलिए आपको फ्लाइंग किक लगता है कि आपने या हेलमेट नहीं पहना होता, या आप मोटरसाइकिल चलाते हुए फोन सुन रहे होते हैं, या फिर आपने इशारा छोड़ा होता है। जो आदमी कानून के दायरे में रह के ड्राइविंग करना होता है या सड़क पे जा रहा होता है, वो बिल्कुल नहीं डरता हमसे, ये हमको भी पता, और ना ही हमें उसकी कोई डराने की जरूरत है। आप भी माशाल्लाह बाशऊर आदमी, आप समझते सही कह रहे हैं आप। हाँ, क्यों नहीं, मैं मजाक करता ही नहीं किसी से। नहीं असलम साहब, आपने हमेशा प्यार किया जी। मैं आपको सलाम करके आता हूँ, इतनी अच्छी छतरी और ब्लैक चश्मा आपने लगाया। एक्सक्यूज मी, आप वही तो नहीं है जो बारिश हो रही थी तो मेरी छतरी के नीचे आ गए थे, तो आपका पौना पिंडा पीछ गया था। मुझे कहते हैं ये कौन सी छतरी लेकर खड़े हो, 8:30 मैं पीछ गया हूँ। मैं कौन छतरी थले जिन्ना आना है तू नहीं आना है ना, मैं उनकी कर सकूँ। ओहो जनाब, मैं तो तारीफ कर रहा हूँ आपकी, जो काला चश्मा लगा के आप खड़े होते हैं ना। तो आप गुजरते हुए कह दिया करें काला चश्मा ना लाया कड़ी आड़गे केड़ा घट सोना है। एक अगर आदमी आपको खूबसूरत लग रहा है तो आप अपने ख्यालात का इजहार कर दे। ये भी कह सकते हैं कि काला चश्मा यार उतार और ट्रैफिक सही चला। ट्रैफिक सही चला रहे होते हैं, कल चश्मा डूब की वजह से लगाया था। हमें कोई जरूरत नहीं है अपने आप को हीरो शो करने की, हम अल्लाह के फजल से ऑलरेडी हीरो हैं। सर आप वाकई हीरो हैं, 50 डिग्री में खड़े होकर सड़क पर ट्रैफिक की रवानी बरकरार रखनी, आप हीरो हैं। देखें कितनी मुश्किल उर्दू ट्रैफिक की रवानी बरकरार, और काफ भी नहीं, उसने कहा करार का है, बरकरार रखनी है। देखिए जुनैद साहब, आप 50 डिग्री को भी छोड़े, अगर नवाजुद्दीन हीरो आ सकता है तो सानू मौत पई हुई है। असलम भैया देखिए, रवैया वटा भैया। असलम भाई, हमें आपके चालान करने पे बिल्कुल भी एतराज नहीं है, जरूर करें। जहां पर भी आप खिलाफवर्जी देखते हैं, जाहिर है आपका ये फर्ज है, आप चालान करें। लेकिन ये जो टारगेट फिक्स कर दिया जाता है, इस पर मुझे बहुत शदीद एतराज है। देखिए, अगर फर्ज करें कि इससे ज्यादा लोग जो है वो ट्रैफिक वायलेशन करते हैं, इसका मतलब है आपने अपना टारगेट पूरा कर लिया है, तो अब मजीद नहीं करेंगे। या इससे अगर कम लोग ट्रैफिक वायलेशन करते हैं, फिर आपने तो टारगेट किया हुआ है कि 3 अरब हमने चालान करने हैं। 3 अरब तो बात ये है विद एक्सक्यूज जुनैद साहब, आप बात को माइंड ना कीजिएगा। आप ये बात कर रहे हैं एक वार्डन के साथ, हम माशाल्लाह जितने बड़े साफी है, जितने नामवर बंदे हैं, आपको चाहिए डायरेक्ट आप IG साहब से बात करें। ये कौन सा गोगे की प्रॉब्लम है जिन्होंने पकौड़े वाले तो अलावा कोई जानता नहीं। नहीं, आप माशाल्लाह खुद साफी हैं, हमारी जरूरत तो नहीं हो सकती कि हम अपने अफसरों को कहें कि हमने टारगेट दे। नहीं तो इत्तेफाक तो करो ना आप मेरी बात से, फिर ही हम किसी हुकाम बाला से बात करें। मेरी मतवज्जी हुई है, मैं आके कैमरे के सामने इत्तेफाक कर लूं आपसे और जाके उधर अफसरों से मैं डिसमिस हो जाऊं। सही बात। मैंने तो अपने अफसरों की तरफ ही रहना है, मैंने नौकरी करनी है, मैं पागल तो नहीं होना। आप देखें,
آپ ہوتے ہیں وڈے آرٹ میں, آپ جو صحافی ہوتے ہیں نا, جرنلسٹ جو ہوتے ہیں, آپ تو بات کاٹ سکتے ہیں, آپ ان کو بتائیں بات تو یہ ٹھیک ہے, اگر ٹارگٹ دیں گے تو پھر ہم ڈڑا ٹاٹ چلان کریں گے, ہم پھر چھوٹی چھوٹی بات جو اگنور بھی کر سکتے ہیں پھر ہم نہیں کرتے, ہمیں پتا ہوتا ہے ہم نے رات کو اتنے چلان کرانے, ہم تو اتنے چلان کر کے ایمان سے ہمیں لگتا ہی نہیں ہم پولیس میں پٹے ہوئے ہیں, ہمیں لگتا ہے ہم اکاؤنٹنٹ ہیں, یا ایسے لگتا ہے جیسے ایسے ملیڈی کمیٹی کٹھی کرن رہے ہیں, ہر بندے نے روک روک کے چلا کرنا, ہم تو خود کہتے ہیں, مگر ٹارگٹ جو دیتا ہے وہ ہمارا افسر دیتا ہے. وہ آپ نے اگر یہ بات کی ہے تو اگر ٹھیک ہے بات, میں نہیں کہہ رہا ٹھیک ہے, میں کیوں کہوں, آج آپ نے آنکھیں نہیں گھمائی. اگر آپ کہہ رہے ہیں, دیکھیں اگر آپ کہہ رہے ہیں کہ ٹھیک ہے تو ذرا اس کی یہ چلان بک لے کے آنا میرے پاس ذرا. ایک منٹ ایک میں لے کے تو آنا ذرا, میں دیکھوں تو سر دے دے, میرے صاحب نے بولا. سر میری بات چھین کے لے آؤ یار. سر دے دے, میرے صاحب نے بولا. آپ نے چھیننے کے لیے بندہ کون سا بھیجا, آپ ویسے پولے بادشاہی یار, ہم دیکھیں تو صحیح نا کہ واقعی چلان بک ہے, سرکاری بک ہے, سرکاری بک میں نہیں دکھا سکتا, اس کے میں نے پہلے صفحے پہ چڑی بنائی ہوئی, اس کے نیچے میں نے آنکھ بنا کے بیچ میں سے آنسو ٹپکایا ہوا, لیکن سارا دن یہ ٹریفک کنٹرول کرنے کی بجائے چڑیاں بناتا رہتا وہاں بیٹھ کے. نہیں تو پھر اگر لیٹ نائٹ ڈیوٹی لگتی ہے تو ٹریفک مک جاتی ہے تو پھر ٹالتے بیٹھے ہوئے کبوتران دا چلان کڑا کڑا, پھر ویلے بیٹھے بندہ کسی تصویر کشی چی لگ جاتا, دے دو بیٹھو جا کے ماشاءاللہ پین پینسل دا وڈا پڑا ہوندا. دیکھو وہ تمہارے پاس چلان بک لینے آیا, تم نے پہلے صفحے پہ اس کی تصویر بنائی ہوئی چڑی. ناظرین یہاں میں لینا ایک چھوٹا سا وقفہ, ہمارے ساتھ رہیے گا. ایک فیکٹ بتاؤں کہ سب سے تیزی سے ہماری جو شہادت کی انگلی ہے اس کا ناخن بڑھتا ہے, یعنی جس انگلی سے آپ زیادہ کام لیتے ہیں اس انگلی کے ناخن جو ہے وہ زیادہ تیزی سر کے اس ساتھ کے بڑھتے ہیں. ناخن بھی بڑی تیز بڑھتے ہیں, یہ ہر دوسرے ڈرامے میں ڈھولکی بجاتا ہے. دھن تاک دھن تاک دا دا دا. گوگے کی بھی سر پانچوں انگلیوں کے بہت تیز ناخن بڑھتے ہیں, چونکہ یہ اکثر ان سے برکی بناتا رہتا ہے. اچھا بچوں, کلاس شروع کریں. پوری ٹیم کو سر مری کا ایک ٹرپ او خیر ہو آپ. سر آئی وانٹ گوئنگ ٹو جھیل سیف الملوک. سر مریم مجھے نہ لے کے جانا, مجھ سے چڑھا نہیں جاتا ہوں. جی سیف الملوک نہ جاؤ, وہ تمہارے محلے میں نہیں سیف پھٹے لا, اس کے پاس تھوڑی دیر بیٹھا نا. چلے بیٹا کرتے ہیں کچھ. کل آپ اس ٹرپ کی فیس لیتے آئیے گا 10,000 روپیہ. سر یہ ہمارے ٹور کی فیس ہے یا آپ کی کوئی گاڑی کی قسط پھنسی ہوئی ہے؟ اچھا بچوں, آج ہم بایولوجی کی اس کلاس میں انسانی ناخن کے بارے میں کچھ جاننا چاہیں گے. انسانی ناخن, یہ جو کاٹ دیتے ہیں ہم سر. جی, اور کون سے ناخن یہی ہوتے ہیں, اور جو کاٹ دیتے ہیں کوئی اچار ڈالنے والے ناخن بھی ہوتے ہیں. اچھا, انسانی ناخنوں کے بارے میں جو ایک بنیادی انفارمیشن ہے وہ یہ ہے کہ اس کے بڑھنے کی جو رفتار ہے وہ ماہانہ 3.5 سینٹی میٹر اوسطن ہوتی ہے. یعنی اگر آپ نہ کاٹیں تو یہ 3.5 سینٹی میٹر تک بڑا ہو جاتا ہے ایک ناخن اوسطن. کیا کہنے, غریب کی تنخواہ سے تیز بڑھتا ہے یہ. تیز بڑھتا ہے. اچھا, ایک اور ناخنوں کے بارے میں ایک فیکٹ, بلکہ فیکٹ کیا, اللہ تعالیٰ کی ایک رحمت ہے مردوں پہ, وہ یہ ہے کہ خواتین کے ناخن بڑھنے کی جو رفتار ہوتی ہے وہ مردوں کی نسبت کم ہوتی ہے. اگر خواتین کے ناخن بڑھنے کی رفتار تیز ہوتی تو ہر شوہر جو ہے وہ اندازہ لگا سکتا ہے اس کی حالت کیا ہوتی. اچھا, ایک اور بات, یہ عام طور پہ ذہن میں سوال پیدا ہوتا ہے کہ شاید انسانی ناخن جو ہے یہ بے فائدہ ہے, اس کا کوئی فائدہ نہیں ہے, اس کا زیادہ زیادہ فائدہ یہ ہے کہ کوئی چیز چھیلنے کے کام آتے ہیں. ایسی بات سر خارش بھی ہو سکتا ہے, خارش کرنے کے بھی کام آتے ہیں, اور دوسرا سر وہ جوں کو بھی ٹچ کر سکتا ہے, پھر سر چلغوزہ اس کے بغیر نہیں چھیل سکتا. انسانی ناخن کا جو بنیادی مقصد ہے, جو جس لیے اللہ تعالیٰ نے یہ جسم میں ہمارے رکھا ہے, وہ یہ ہے کہ اگر یہ نہ ہوتے تو ہم کام کرتے ہوئے دن میں کم و بیش 5 سے 10 مرتبہ اپنا خون ان انگلیوں سے نکلواتے ہیں.
کیونکہ ظاہر ہے کہ یہ سیفٹی کے کام آتے ہیں. اگر آپ خود سوچ لیں کہ اگر یہ ناخن نہ ہو اور ہم بغیر ناخنوں کے کوئی کام کرنا چاہیں تو بار بار کتنے ایسے کام ہیں کہ نہ ہم وہ کر پائیں گے, اور اگر کرنے کی کوشش کریں گے تو انگلیوں کی ان سروں سے آپ کے خون ٹپکنا شروع ہو جائے گا, خون نکلنا شروع ہو جائے گا. میں کہتا ہوں جی کہ گرپ بنتی ناخنوں کی وجہ سے. ہاں سر جی میں نے کہیں سنا تھا کہ مرنے کے بعد بھی کئی دن ناخن بڑھتے رہتے ہیں. جاہل, تمہاری جگہ میں ہوتا تو میں کہتا سر میں نے کہیں پڑھا تھا, تم سنتے ہو میں پڑھتا ہوں. یہ بالکل غلط بات ہے. دیکھیں انسانی ناخن اسی وقت بڑھتا ہے جب تک انسان زندہ ہے, اس کو بلڈ مل رہا ہے. اگر بلڈ نہیں ملے گا تو اس کو آکسیجن نہیں ملے گی. دیکھیں آپ اکثر دیکھتے ہیں کہ آپ کے ہاتھ پہ چوٹ لگتی ہے بعض دفعہ ناخن پہ, اور کچھ دن کے بعد ناخن کالا ہو کے گر جاتا ہے. اسی وجہ سے گر جاتا ہے کہ جب آپ کی اسکن سے الگ ہو جاتا ہے تو وہ پھر اس کو آکسیجن نہیں ملتی, اس کو بلڈ سپلائی نہیں ملتی, اس کو نیوٹرینٹس پورے نہیں ملتے. تو جب انسان فوت ہو جاتا ہے اس کے بعد اس کا ناخن کیسے بڑھ سکتے ہیں؟ گڈ سر, یو آر ویری انٹیلیجنٹ. مجھے لگتا ہے اس دفعہ ہم پاس ہو جائیں گے. لیکن بیٹا پیپر دے کے پاس ہوگے پھر ہی اگلی جماعتوں میں جا سر سکو گے. پیپر دے گا تو بندہ کسی کی کلاس میں بھی پاس ہو سکتا ہے. آپ کا پھر کیا فائدہ ہے جناب؟ اچھا ایک اور آپ کو دلچسپ حقیقت بتاؤں انسانی ناخن کے بارے میں, کہ یہ جو ہماری پانچوں انگلیاں ہوتی ہیں نا, ویسے تو ہم یہ غلط کہتے ہیں, یہ پانچوں انگلیاں نہیں ہوتی, انگلیاں ہماری 4 ہی ہوتی ہیں. ایک انگوٹھا جو ہے اس کو انگلی میں شمار نہیں کیا جاتا, انگوٹھا ہوتا ہے جو صرف دوسرے کی گردن پہ رکھنے کے کام آتا ہے. نہیں سر آج کل تو بایو میٹرک کے کام بھی آ رہا ہے. ہاں اصل میں انگوٹھا جو ہے وہ انگلیوں کا بادشاہ ہوتا ہے. تو انگوٹھا, لیکن اس کا جو ناخن ہے, سر میں تو ایمان سے بڑا اللہ کا شکر کرتا ہوں کہ اللہ نے ہمیں انگوٹھا دیا, ورنہ ہمارا شناختی کارڈ نہیں تھا. بنتا ہے. یہ جو انگوٹھا ہے ایک طرح سے انگلیوں کا بادشاہ ہوتا ہے, لیکن اس کے جو ناخن ہے اس کی رفتار جو ہے بڑھنے کی وہ دیگر انگلیوں کی نسبت سب سے زیادہ سست ہوتی ہے. یعنی آپ کبھی محسوس کریں تو آپ کی دیگر یہ جو 4 انگلیاں ہیں نا, ان کے ناخن تیزی کے ساتھ بڑھتے ہیں, اور انگوٹھے کا جو ناخن ہے یہ کم رفتار کے ساتھ بڑھتا ہے. سر میں جب ان پانچوں کو اکٹھا دیکھتا ہوں نا تو میں سوچتا ہوں یہ انگلیاں ہیں, یہ انگوٹھا ہے. ہاتھ پہ بھی دیکھیں میل بیچارہ تھلے لگا ہوا ہے. چلو بیٹا اگر آپ نے یہ ویژولائز کر لیا ہے کہ یہ میل ہے یہ فیمیل ہے, تو یہ بھی ذہن میں رکھیں کہ یہاں پر بھی ہاتھ میں بھی یہ 1 ہے اور یہ 4 ہے. سر ویسے آپ اس طرح کی باتیں نہ سوچا کریں. کیوں؟ میں نے سنا جب آپ کی شادی ہوئی تھی نا تو استانی جی کے بھائیوں نے آپ کی سپاری دے دی تھی, اور بدماش کو کہا تھا کہ ہمارا فون کرنے کی ضرورت نہیں, اس طرح کی کوئی خبر سنو یا پڑھو نا تو خود ہی ایکشن لے لینا, خود ہی چلے جانا لاہور. اچھا انسانی ہاتھ کے بارے میں, آپ کو ناخنوں کے بارے میں ایک فیکٹ بتاؤں کہ سب سے تیزی سے ہماری جو شہادت کی انگلی ہے اس کا ناخن بڑھتا ہے. یعنی جس انگلی سے آپ زیادہ کام لیتے ہیں اس انگلی کے ناخن جو ہے وہ زیادہ تیزی سر اس کے ناخن بھی بڑی تیز بڑھتے ہیں, یہ ہر دوسرے ڈرامے میں ڈھولکی بجاتا ہے. گوگے کی بھی سر 5 انگلیوں کے بہت تیز ناخن بڑھتے ہیں, چونکہ یہ اکثر ان سے برکی بناتا رہتا ہے. اچھا آپ کو ایک اور بات بتاؤں کہ اگر انسان سٹریس کا شکار ہو, یعنی ذہنی دباؤ کا شکار ہو, تو اس کا سب سے پہلا جو اظہار ہے وہ انسانی ناخنوں پہ ہوتا ہے. یہ آپ کو یہ صاف پتہ چلتا ہے کہ اس میں جان نہیں رہی, یہ مڑے توڑے سے بلدار خمدار سے اگنا لائننگ شروع ہو جاتی ہے, لائننگ شروع ہو جاتی ہے. اس کا مطلب ہے کہ آپ کسی سٹریس کا شکار ہیں یا آپ بوڑھے ہو چکے ہیں. بوڑھے ہونے پر بھی انسانی ناخن کے جو بڑھنے کی رفتار ہے یہ سست ہو جاتا ہے. او مائی گاڈ میں کتنا ینگ ہوں. نہیں بھائی جی آپ نے آگے سے زیادہ کاٹ لیے ہیں. بھائی جو باقی رہ جاتے ہیں وہ بھی چوڑ مڑ ہو جاتے ہیں عمر کے ساتھ ساتھ. نہیں یقین تو جاؤ جا کے سار کے دیکھو. آپ کے اس لیے نہیں ہے کہ آپ ناخن چبانے کے عادی ہیں, اور ناخن چبانے کی اس بیماری کو اونیکوفیجیا کہتے ہیں. سر میں نہیں ناخن چباتا, میں بڑا ڈیسنٹ آدمی. سارا ٹائم تو ہمارے ساتھ رہتے ہو, تم تو ڈیسنٹ کہاں سے ہوئے؟ تو جب میں گھر جاتا ہوں تو پھر نہیں ڈیسنٹ بن سکتا. یار حد ہوگی, آپ لوگ خود کو ڈیسنٹ نہیں سمجھتے. مجھ سے پوچھ کے دیکھیں, میں ڈیسنٹ بچوں کا ٹیچر ہوں. سر یہ آپ کی پول فہمی ہے. سر جب آپ چلے جاتے ہیں تو یہ لوگ آپ کو پیچھے سے جھکتے کر رہے ہوتے ہیں. ریئلی؟ کہتے تھے کہ سر ہمارے ایسے لگتا ہے جیسے بورس جانسن ہے. بیٹا
دیکھیں جہاں تک جگت کا معاملہ ہے وہ آپ لوگوں کی روزی روٹی ہے, اس سے میں تو آپ کو نہیں روک سکتا نا. سر مجھ سے قسم چکا لیا اب آپ کی روزی روٹی بھی یہی ہے. اب آپ کون سا ملت پبلشنگ میں ڈائریکٹر جنرل لگے بولتے ناظرین, یہ تھا آج کا حسب حال, اور آج کی چھوٹی سی بات شعر کی زبان میں. خوددار میرے شہر کا فاقوں سے مر گیا, راشن تو بٹ رہا تھا وہ فوٹو سے ڈر گیا. کیا بات ہے. خوش رکھیں, آپ سے ملاقات ہوگی انشاءاللہ کل. اللہ حافظ. دنیا خبر کی دنیا